ਬਾਣੀ ਗੌੜੀ ਰਾਗ ਦੇ ਵਿੱਚ ਸਤਿਗੁਰੂ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹੋਏ 186 ਅੰਗ ਤੇ ਸੁਭਾਏਮਾਨ ਪਾਤਸ਼ਾਹ ਜੀ ਦੇ ਸ਼ਬਦ ਸਤਿਗੁਰੂ ਜੀ ਦੇ 35ਵੇਂ ਸ਼ਬਦ ਆਰੰਭ ਹੁੰਦੇ ਹਨ। ਆਪਣੀ ਰਸਨਾ ਤੋਂ ਭਾਈ ਸਤਿਗੁਰੂ ਜੀ ਵਚਨ ਕਰਦੇ ਹੋਏ ਜੀਵਾਂ ਨੂੰ ਗੌੜੀ ਰਾਗ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ। ਗੌੜੀ ਮਹੱਲਾ ਪੰਜਵਾ। ਅਗਮ ਰੂਪ ਜਾਂ ਕਾ ਮਨ ਮਹਿ ਥਾਨਾ, ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹਨ। ਜਿਗਿਆਸੂ ਮੁਖ ਦੁਆਰਾ ਇਹ ਸ਼ਬਦ ਉਚਾਰਨ ਕਰਦੇ ਨੇ। ਅਗਮ ਰੂਪ ਕਾ ਮਨ ਮਾਹਿ ਥਾਨਾ। ਮਹਾਰਾਜ ਜੀ ਕਹਿੰਦੇ ਉਹ ਮਾਲਕ ਹੈ ਜਿਹੜਾ ਪ੍ਰਭੂ ਹੈ, ਹਰੀ ਹੈ ਜਿਹੜਾ, ਉਹ ਅਗੰਮ ਹੈ। ਅਗਮ ਹੈ ਜਿਹੜਾ ਕੋਈ ਜਿਹਦੇ ਨੇਕਾਂ ਹੀ ਸਰੂਪ ਹਨ, ਕੋਈ ਖਾਸ ਸਰੂਪ ਨੂੰ ਸਮਝ ਨਹੀਂ ਸਕਦਾ, ਕਿਉਂਕਿ ਉਹਦੇ ਰੂਪਾਂ ਦਾ ਕੋਈ ਅੰਤ ਨਹੀਂ ਹੈ ਕਿ ਕਿੰਨੇ ਕੁ ਉਹਦੇ ਰੂਪ ਰੰਗ ਹਨ। ਇਸ ਕਰਕੇ ਉਹ ਅਗੰਮ ਹੈ, ਗਿਣਤੀ ਤੋਂ ਪਰੇ ਹੈ। ਤੇ ਮਹਾਰਾਜ ਜੀ ਕਹਿੰਦੇ ਅਗਮ ਸਰੂਪ। ਅਗਮ ਤੋਂ ਭਾਰ ਹੁੰਦਾ ਕਿ ਨੇਕਾ ਹੀ, ਜਿਹਦਾ ਕੋਈ ਅੰਤ ਹੀ ਨਹੀਂ ਸਰੂਪਾਂ ਦਾ, ਜਿਹਦਾ ਕੋਈ ਅੰਤ ਹੀ ਨਹੀਂ। ਪਰਮੇਸ਼ਰ ਦੇ ਕਿੰਨੇ ਸਰੂਪ ਹਨ, ਕਿੰਨੇ ਸਰੂਪਾਂ ਦੇ ਵਿੱਚ ਉਹ ਵਰਤ ਰਿਹਾ ਹੈ। ਮਹਾਰਾਜ ਜੀ ਕਹਿੰਦੇ ਮਨ ਮੈਂ ਥਾਨਾ, ਕਹਿੰਦੇ ਮਨ ਵਿੱਚ ਵੀ ਉਹਦਾ ਥਾਂ ਹੈ ਪਰਮੇਸ਼ਰ ਦਾ। ਭਾਵੇਂ ਅਸੀਂ ਪ੍ਰਗਟ ਨਹੀਂ ਕਰ ਸਕੇ ਦਸਵਾਂ ਦਵਾਰ, ਭਾਵੇਂ ਅਸੀਂ ਉਹਨੂੰ ਹਿਰਦੇ ਵਿੱਚ ਪ੍ਰਗਟ ਨਹੀਂ ਅਜੇ ਕੀਤਾ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਪਰ ਥਾਂ ਤਾਂ ਹੈ ਨਾ, ਹਿਰਦੇ ਵਿੱਚ, ਘਰ ਦੇ ਵਿੱਚ ਉਹ ਵਸਦਾ ਹੈ। ਭਾਵੇਂ ਉਹਦੇ ਤੋਂ ਵਾਂਝੇ ਹਾਂ ਅਸੀਂ ਮਾਲਕ ਤੋਂ, ਪਰ ਹਰ ਘਰ ਦੇ ਵਿੱਚ ਉਹਦਾ ਵਾਸ ਹੈ। ਹਿਰਦੇ ਘਰ ਦੇ ਵਿੱਚ ਉਹ ਹਰ ਦੇ ਵਸਦਾ ਹੈ, ਜਿਹਦੇ ਕਰਕੇ ਸਰੀਰ ਤੁਰੇ ਫਿਰਦੇ ਹਨ। ਇਹ ਮਹਾਰਾਜ ਜੀ ਕਹਿੰਦੇ ਉਹ ਅਗਮ ਰੂਪ ਹੈ। ਅਗਮ ਰੂਪ ਦੇ ਵਿੱਚ ਉਹ ਵਰਤਦਾ ਮਾਲਕ। ਮਨ ਮੈਂ ਉਹਦੀ ਜਗ੍ਹਾ ਹੈ। ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ। ਮਹਾਰਾਜ ਜੀ ਨੇ ਜਵਾਬ ਦੇ ਦਿੱਤਾ, ਕਹਿੰਦੇ ਉਹਦੀ ਕਿਰਪਾ ਦੇ ਨਾਲ ਹੀ ਉਹਨੂੰ ਜਾਣਿਆ ਜਾ ਸਕਦਾ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਹੋਵੇ। ਇਹ ਲਫ਼ਜ਼ ਬਹੁਤ ਵਾਰੀ ਹੁੰਦਾ ਮੰਗਲਾਚਰਨ ਦੇ ਵਿੱਚ, ਗੁਰ ਪ੍ਰਸਾਦ। ਇੱਥੇ ਵੀ ਮਹਾਰਾਜ ਜੀ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਹਨੂੰ ਜਾਣਿਆ ਜਾ ਸਕਦਾ। ਭਾਈ ਕਿੰਨੇ ਵਿਰਲੇ। ਮਹਾਰਾਜ ਜੀ ਕਹਿੰਦੇ ਕੋਈ ਵਿਰਲਾ ਜਗਿਆਸੂ ਹੁੰਦਾ, ਕੋਈ ਵਿਰਲਾ ਸਰੀਰ ਹੁੰਦਾ, ਭਗਤ ਹੁੰਦਾ, ਜਿਹੜਾ ਉਹਨੂੰ ਜਾਣ ਲੈਂਦਾ ਮਨ ਦੇ ਅੰਦਰ, ਜਿਹੜਾ ਉਹਦੇ ਨਾਲ ਰਿਸ਼ਤਾ ਬਣਾ ਲੈਂਦਾ, ਜਿਹੜਾ ਮਨ ਦੇ ਵਿੱਚ ਟਿਕਾ ਕਰਕੇ ਉਹਨੂੰ ਪ੍ਰਗਟ ਕਰ ਲੈਂਦਾ। ਮਹਾਰਾਜ ਜੀ ਕਹਿੰਦੇ ਉਹ ਉਹਦਾ ਸਰੂਪ ਦੇ ਦਰਸ਼ਨ ਪਾ ਲੈਂਦਾ ਹੈ। ਇਹ ਵਚਨ ਕਰਦੇ ਹਨ ਮਹਾਰਾਜ ਜੀ, ਕਹਿੰਦੇ ਉਹਦੀ ਕਿਰਪਾ ਤੋਂ ਬਿਨਾਂ ਭਾਈ ਨਹੀਂ ਪ੍ਰਾਪਤੀ। ਸਹਿਜ ਕਥਾ ਕਿ ਅੰਮ੍ਰਿਤ ਕੁੰਠਾ। ਮਹਾਰਾਜ ਜੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਪਿਆਰੇ ਉਹ ਦਰਸਾਉਂਦੇ ਹਨ। ਸਤਿਗੁਰੂ ਜੀ ਕਹਿੰਦੇ ਸਹਿਜ ਕਥਾ ਕਿ ਅੰਮ੍ਰਿਤ ਕੁੰਠਾ। ਕਹਿੰਦੇ ਅੰਮ੍ਰਿਤ ਦਾ ਜਿਹੜਾ ਕੁੰਡ ਹੈ ਨਾ, ਇਹ ਅੰਮ੍ਰਿਤ ਰੂਪੀ ਬਾਣੀ ਦਾ ਕੁੰਡ ਹੈ। ਕੋਈ ਵਿਰਲਾ ਹੀ ਇਹਦੀ ਇਸ਼ਨਾਨ ਕਰ ਸਕਦਾ ਹੈ, ਕੋਈ ਵਿਰਲਾ ਮਨੁੱਖ ਹੈ ਜਿਹੜੇ ਨੂੰ ਪਾ ਸਕਦਾ। ਕਹਿੰਦੇ ਸਹਿਜ ਕਥਾ ਕਿ ਅੰਮ੍ਰਿਤ ਕੁੰਠਾ। ਮਹਾਰਾਜ ਜੀ ਕਹਿੰਦੇ ਜਿਹਦੀ ਸਹਿਜ ਅਵਸਥਾ ਬਣ ਜਾਂਦੀ ਹੈ ਨਾ, ਜਿਹੜੇ ਸਰੀਰ ਦੀ ਜਗਿਆਸੂ ਦੀ, ਮਹਾਰਾਜ ਜੀ ਕਹਿੰਦੇ ਉਹ ਅੰਮ੍ਰਿਤ ਕੁੰਠ ਵਿੱਚ ਘੁੱਟ ਭਰ ਲੈਂਦਾ। ਜਿਸੇ ਪ੍ਰਾਪਤ ਤਿਸ ਲੈ ਭੁੰਚਾ। ਜਵਾਬ ਦੇਤਾ ਫਿਰ ਮਹਾਰਾਜ ਨੇ, ਕਹਿੰਦੇ ਜਿਹਨੂੰ ਪ੍ਰਾਪਤੀ ਹੈ ਭਾਈ, ਜਿਹਦੀ ਪ੍ਰਾਪਤੀ ਹੈ ਉਹੀ ਉਹਦਾ ਕੁੰਟ ਦੇ ਵਿੱਚ ਭੁੰਚ ਸਕਦਾ, ਭਾਵ ਡੁੱਬੀ ਲਾ ਸਕਦਾ। ਕਹਿੰਦੇ ਜਿਹੜਾ ਕੁੰਟ ਹੈ ਨਾ ਅੰਮ੍ਰਿਤ ਕੁੰਡ,
ਕਹਿੰਦੇ ਸਹਿਜ ਦੀ ਅਵਸਥਾ ਵਾਲਾ ਜਿਹੜਾ ਮਨੁੱਖ ਹੈ ਉਹੀ ਇਹਦੇ ਵਿੱਚ ਇਸ਼ਨਾਨ ਕਰ ਸਕਦਾ ਹੈ, ਟੁੱਬੀ ਲਾ ਸਕਦਾ ਹੈ। ਜਿਹਦੀ ਬ੍ਰਹਮ ਦੀ ਅਵਸਥਾ ਪ੍ਰਾਪਤ ਹੈ, ਜਿਹਦੇ ਮਨ ਅੰਦਰ, ਜਿਹਦੀ ਆਤਮਾ ਅੰਦਰੋਂ ਪ੍ਰਗਟ ਹੋ ਚੁੱਕਾ ਹੈ, ਮਹਾਰਾਜ ਜੀ ਕਹਿੰਦੇ ਉਹ ਇਸ ਕੁੰਡ ਦੇ ਵਿੱਚ ਉਹਨੂੰ ਪਾ ਸਕਦਾ ਹੈ। ਮਹਾਰਾਜ ਜੀ ਕਹਿੰਦੇ ਜਿਸੇ ਪ੍ਰਾਪਤ ਇਸ ਲੈ ਪਹੁੰਚਾ, ਜਿਹਨੂੰ ਪ੍ਰਾਪਤੀ ਹੈ ਭਾਈ ਉਹੀ ਇੱਥੇ ਮਹਾਰਾਜ ਜੀ ਕਹਿੰਦੇ ਟੁੱਬੀ ਲਾ ਸਕਦਾ। ਰਹਾਉ ਅਨਹਦ ਬਾਣੀ ਥਾਨ ਨਰਾਲਾ, ਤੇ ਮਹਾਰਾਜ ਜੀ ਕਹਿੰਦੇ ਉਹਦੀ ਬਾਣੀ ਦਾ ਅਨਾਹਦ ਹੈ ਨਾ ਜਿਹੜਾ, ਉਹਨਾਂ ਦੇ ਹਿਰਦਿਆਂ ਵਿੱਚ ਹੀ ਵੱਜਦਾ। ਇਹ ਧੁਨ ਜਿਹੜੀ ਹੈ ਉਹਨਾਂ ਦੇ ਹਿਰਦਿਆਂ ਵਿੱਚ ਹੀ ਸੁਣਦੀ ਹੈ, ਸਹਿਜ ਆਨੰਦ। ਅਨਹਦ ਬਾਣੀ ਦੀ ਧੁਨ ਮਹਾਰਾਜ ਜੀ ਕਹਿੰਦੇ ਥਾਨ ਨਰਾਲਾ, ਇਹ ਥਾਨ ਜਿਹੜਾ ਨਰਾਲਾ ਹੈ, ਇਹ ਮਹਾਰਾਜ ਜੀ ਕਹਿੰਦੇ ਜਗ੍ਹਾ ਨਿਰਾਲੀ ਹੈ। ਤਾਂ ਕਿ ਧੁਨ ਮੋਹਿ ਗੋਪਾਲਾ, ਤੇ ਮਹਾਰਾਜ ਜੀ ਕਹਿੰਦੇ ਧੁਨ ਗੋਪਾਲ ਦੀ ਹੈ, ਪ੍ਰਭੂ ਦੀ ਹੈ, ਕੋਈ ਆਮ ਆਵਾਜ਼ ਨਹੀਂ ਹੈ ਜਿਹੜੀ ਕਿ ਸਾਡੇ ਕੰਨਾਂ ਵਿੱਚ ਪਈ ਤਾਂ ਅਸੀਂ ਟੱਪਣ ਲੱਗ ਜਾਂਦੇ ਹਾਂ, ਨੱਚਣ ਲੱਗ ਜਾਂਦੇ ਆ ਨਾ ਸੰਸਾਰੀ ਦੁਨਿਆਵੀ ਆਵਾਜ਼ਾਂ ਦੇ ਨਾਲ, ਬਾਹਰੋਂ ਨੱਚਦੇ ਆ ਸਰੀਰ ਕਰਕੇ। ਇਹ ਮਹਾਰਾਜ ਜੀ ਕਹਿੰਦੇ ਤਾਂ ਕਿ ਧੁਨ, ਉਹ ਮਾਲਕ ਦੀ ਜਿਹੜੀ ਧੁਨ ਹੈ ਨਾ, ਸੱਚੀ ਧੁਨ, ਉਹ ਹਿਰਦੇ ਵਿੱਚੋਂ ਵੱਜਦੀ ਹੈ, ਫਿਰ ਭਗਤ ਨੱਚਦੇ ਹਨ। ਮਹਾਰਾਜ ਜੀ ਕਹਿੰਦੇ ਤਾਂ ਕਿ ਧੁਨ ਮੋਹੇ ਗੋਪਾਲਾ, ਮਹਾਰਾਜ ਜੀ ਕਹਿੰਦੇ ਉਹ ਮੋਹਤ ਕਰ ਦਿੰਦੀ ਹੈ ਭਗਤਾਂ ਨੂੰ। ਗੋਪਾਲ ਰਾਏ ਦੀ ਨਾਮ ਦੀ ਧੁਨੀ ਜਦੋਂ ਇੰਦਰੀਆਂ ਚੋਂ ਸਿਰਦੀ ਹੈ, ਦਸਵੇਂ ਦਵਾਰ ਵਿੱਚ ਜਦੋਂ ਵਾਸ ਹੁੰਦਾ ਮਨੁੱਖ ਦੀ ਆਤਮਾ ਦਾ, ਮਨ ਦਾ, ਤੇ ਉਹ ਗੋਪਾਲ ਰਾਏ ਦੀ ਧੁਨ ਫਿਰ ਪ੍ਰਾਪਤ ਹੁੰਦੀ ਹੈ। ਤਹ ਸਹਿਜ ਅਖਾਰੇ ਅਨੇਕ ਅਨੰਤਾ, ਤੇ ਮਹਾਰਾਜ ਜੀ ਕਹਿੰਦੇ ਉਹ ਸਹਿਜ ਅਵਸਥਾ ਹੈ ਜਿਹੜੀ, ਤੇ ਮਹਾਰਾਜ ਜੀ ਕਹਿੰਦੇ ਅਨੇਕ ਹੀ ਅਨੰਤੀ, ਮਹਾਰਾਜ ਜੀ ਕਹਿੰਦੇ ਉੱਥੇ ਧੁਨਾਂ ਹਨ। ਤੇ ਮਹਾਰਾਜ ਜੀ ਕਹਿੰਦੇ ਪਰ ਸਹਿਜ ਦੀ ਧੁਨ ਐਸੀ ਹੈ ਜਿਹਦੀ ਪ੍ਰਾਪਤੀ ਉਹ ਮਾਲਕ ਤੋਂ ਹੀ ਹੋਣੀ ਹੈ। ਮਹਾਰਾਜ ਜੀ ਕਹਿੰਦੇ ਜਦੋਂ ਉਹਦਾ ਵਾਸ ਹੋ ਗਿਆ, ਮਨ ਵਿੱਚ ਪ੍ਰਗਟ ਹੋ ਗਿਆ, ਜਦੋਂ ਬ੍ਰਹਮ ਦੇ ਨਾਲ ਇਹ ਮਨ ਲੀਨ ਹੋ ਗਿਆ, ਪਾਰ ਬ੍ਰਹਮ ਕੇ ਸੰਗੀ ਸੰਤਾ, ਜਵਾਬ ਦਿੰਦੇ ਹਨ ਫਿਰ ਤੁਕ ਦਾ, ਕਹਿੰਦੇ ਪਾਰ ਬ੍ਰਹਮ ਦੇ ਜਿਹਨੇ ਸੰਗ ਕਰ ਲਿਆ, ਜਿੰਦੀ ਮਨ ਆਤਮਾ ਸੰਤ ਬਣ ਗਈ, ਮਨ ਜਿਹੜਾ ਉਹ ਸੰਗ ਕਰ ਕਰਕੇ ਧੁੱਪ ਗਿਆ। ਮਹਾਰਾਜ ਜੀ ਕਹਿੰਦੇ ਉਹਦੇ ਤੋਂ ਮੈਲ ਹੀ ਉਤਰ ਗਈ, ਵਿਕਾਰਾਂ ਦੀ, ਇੰਨਾ ਨਿਰਮਲ ਹੋ ਗਿਆ ਕਹਿੰਦੇ ਸੰਗ ਕਰਕੇ, ਉਹ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ। ਹਰਕ ਅਨੰਤ ਸੋਗ ਨਹੀਂ ਬੀਆ, ਤੇ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਸੋਗ ਥੋੜਾ ਪੁੱਛ ਸਕਦਾ, ਹਰਕ ਨਹੀਂ ਉਹਨੂੰ ਆ ਸਕਦਾ ਨੇੜੇ। ਜਿਹੜਾ ਹਰਕ ਸਾਡੇ ਅੰਦਰ ਹੈ, ਸੋਗ ਹੈ, ਇਹਦੀ ਮਹਾਰਾਜ ਜੀ ਕਹਿੰਦੇ ਮੁੱਕ ਜਾਣਾ, ਇਹ ਖਤਮ ਹੋ ਜਾਣਾ ਹੈ। ਸੋ ਘਰ ਗੁਰੂ ਨਾਨਕ ਕੋ ਦੀਆ, ਤੇ ਮਹਾਰਾਜ ਜੀ ਖੀਰਲੀ ਤੁਖ ਵਿੱਚ ਸ਼ਬਦੀ ਵਿੱਚ ਬਚਨ ਕਰਦੇ ਨੇ, ਸੋ ਘਰ ਗੁਰੂ ਨਾਨਕ ਕੋ ਦੀਆ। ਮਹਾਰਾਜ ਜੀ ਕਹਿੰਦੇ ਮਾਲਕ ਜੀਓ, ਪ੍ਰਭੂ ਜੀਓ, ਇਹ ਘਰ ਗੁਰੂ ਤੋਂ, ਪਰਮਾਤਮਾ ਸਤਿਗੁਰਾਂ ਤੋਂ ਨਾਨਕ ਨੇ ਪਾ ਲਿਆ, ਮੈਂ ਨਾਨਕ ਨੇ ਘਰ ਪ੍ਰਾਪਤ ਕਰ ਲਿਆ। ਮਹਾਰਾਜ ਜੀ ਕਹਿੰਦੇ ਘਰ ਸਾਨੂੰ ਪ੍ਰਾਪਤ ਹੋ ਗਿਆ ਸੱਚੇ ਮਾਲਕ ਦੇ ਰਾਹੀਂ, ਗੁਰਾਂ ਦੇ ਰਾਹੀਂ। ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੀ ਪ੍ਰਾਪਤੀ ਦੇ ਨਾਲ ਇਹ ਘਰ ਦੇ ਵਿੱਚ ਉਹ ਮਾਲਕ ਜਿਹੜਾ ਹਰੀ ਹੈ, ਜਿਹੜਾ ਪ੍ਰਭੂ ਹੈ, ਪਾਰ ਬ੍ਰਹਮ ਹੈ, ਉਹ ਨਿਵਾਸ ਕਰ ਲੈਂਦਾ ਹੈ। ਅਗਲਾ ਸ਼ਬਦ ਭਾਈ ਆਰੰਭ ਹੁੰਦਾ ਹੈ, ਗੌੜੀ ਮਹੱਲਾ ਪੰਜਵਾਂ। ਕਵਨ ਰੂਪ ਤੇਰਾ ਆਰਾਧੋ, ਮਹਾਰਾਜ ਜੀ ਕਹਿੰਦੇ ਕਿਹੜਾ ਰੂਪ ਤੇਰਾ ਆਰਾਧਨਾ ਕਰਾਂ, ਕਿਹੜਾ ਰੂਪ ਦੀ ਆਰਾਧਨਾ ਕਰਾਂ, ਤੇਰੇ ਤਾਂ ਰੂਪਾਂ ਦਾ ਅੰਤ ਨਹੀਂ ਹੈ, ਗਿਣਤੀ ਤੋਂ ਪਰੇ ਰੂਪ ਹਨ। ਤੇ ਮਹਾਰਾਜ ਜੀ ਤੋਂ ਜਵਾਬ ਮੰਗਦੇ ਹਨ ਸਤਿਗੁਰੂ ਜੀ। ਮਹਾਰਾਜ ਜੀ ਅੱਗੇ ਬੇਨਤੀ ਕਰਦੇ ਨੇ, ਕਵਨ ਰੂਪ ਤੇਰਾ ਆਰਾਧੂ, ਕਵਨ ਜੋਗ ਕਾਇਆ ਲੈ ਸਾਧੂ, ਕਿਸ ਤਰ੍ਹਾਂ ਤੇਰਾ ਜੋਗ ਕਮਾਵਾਂ। ਇਹ ਵੀ ਸਵਾਲ ਕਰਦੇ ਨੇ। ਮਹਾਰਾਜ ਜੀ ਕਹਿੰਦੇ ਕਿਹੜਾ ਜੋਗ ਹੈ ਜਿਹਨੂੰ ਕਮਾ ਲਵਾਂ, ਕਿਹੜਾ ਜੋਗ ਕਰਾਂ, ਕਾਇਆ ਦੀ ਸਾਧਨਾ ਕਿਹੜੀ ਕਰਾਂ। ਕਵਨ ਗੁਣ ਜੋ ਤੁਝ ਲੈ ਗਾਵੂੰ, ਕਿਹੜਾ ਗੁਣ ਹੈ ਜਿਹਦੇ ਨਾਲ ਤੈਨੂੰ ਗਾ ਲਵਾਂ। ਮਹਾਰਾਜ ਜੀ ਕਹਿੰਦੇ ਕਿਹੜਾ ਗੁਣ ਹੈ ਜਿਹਦੇ ਨਾਲ ਤੈਨੂੰ ਗਾ ਲਵਾਂ। ਕਵਨ ਬੋਲ ਪਾਰ ਬ੍ਰਹਮ ਰਜਾਓ, ਤੇ ਮਹਾਰਾਜ ਜੀ ਕਹਿੰਦੇ ਕਿਹੜਾ ਜੀਵਾਂ ਦੇ ਰਾਹੀਂ ਬੋਲ ਬੋਲਾ ਜਿਹਦੇ ਨਾਲ ਤੁਸੀਂ ਪ੍ਰਸੰਨ ਹੋ ਜਾਵੋ, ਬਰਾਰ ਬ੍ਰਹਮ ਰਜਾਵੋ, ਤੁਸੀਂ ਰੱਜ ਜਾਵੋ। ਮਹਾਰਾਜ ਜੀ ਕਹਿੰਦੇ ਤੁਸੀਂ ਰੱਜ ਜਾਵੋ, ਕਿਹੜੇ ਗੁਣ ਦੇ ਨਾਲ, ਕਿਹੜੇ ਬੋਲ ਦੇ ਨਾਲ ਤੇਰੀ ਉਸਤਤ ਗਾਣਾ ਕਰਾਂ ਪ੍ਰਭੂ ਜੀਓ। ਰਹਾਉ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਬਚਨ ਕਰਦੇ ਹਨ, ਕਵਨ ਸੋ ਪੂਜਾ ਤੇਰੀ ਕਰੂੰ,
ਕਹਿੰਦੇ ਪੂਜਾ ਕਿਵੇਂ ਕਰਾਂ ਤੇਰੀ? ਸਤਿਗੁਰੂ ਜੀ ਕਹਿੰਦੇ ਕਵਣ ਸੋ ਪੂਜਾ ਤੇਰੀ ਕਰਾਂ, ਕਿਹੜੇ ਗੁਣ ਦੇ ਨਾਲ ਤੇਰੀ ਪੂਜਾ ਕਰਨਾ ਕਰਾਂ? ਕਵਣ ਸੋ ਵਿਦ ਜਿਤ ਭਉ ਜਲ ਤਰੋ, ਕਹਿੰਦੇ ਕਿਹੜੀ ਵਿਧੀ ਹੈ? ਪਾਤਸ਼ਾਹ ਜੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿਹੜੀ ਵਿਧ ਹੈ, ਕਿਹੜਾ ਯਤਨ ਹੈ ਜਿਹਦੇ ਨਾਲ ਇਸ ਭਉਜਲ ਤੋਂ ਮੈਂ ਤਰ ਸਕਾਂ, ਜਿਹਦੇ ਨਾਲ ਭਾਵ ਸਾਗਰ ਤੋਂ ਤਰ ਜਾਵਾਂ। ਕਵਣ ਤਪ ਜਿਤ ਤਪੀਆ ਹੋਇਆ, ਕਿਹੜਾ ਤਪ ਕਰ ਲਵਾਂ ਮੈਂ ਜਿਹਦੇ ਨਾਲ ਮੈਂ ਤਪੀਆ ਬਣ ਸਕਾਂ, ਤਪਵਾਨ ਹੋ ਸਕਾਂ ਤੇ ਪੀਸਰ ਬਣ ਸਕਾਂ। ਉਹ ਕਿਹੜਾ ਤਪ ਹੈ? ਕਵਣ ਸੋ ਨਾਮ ਹੋਮੇ ਮਲ ਖੋਏ, ਮਹਾਰਾਜ ਜੀ ਕਹਿੰਦੇ ਕਿਹੜਾ ਨਾਮ ਹੈ ਜਿਹਦੇ ਨਾਲ ਮੇਰੀ ਹੋਮੇ ਦਾ ਜਿਹੜਾ ਰੋਗ ਹੈ ਟੁੱਟ ਜਾਵੇ, ਇਹ ਮੈਲ ਹੈ ਜਿਹੜੀ ਧੁੱਪ ਜਾਵੇ, ਲਹਿ ਜਾਵੇ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ, ਇਹ ਮਹਾਰਾਜ ਜੀ ਕਹਿੰਦੇ ਗੁਣ ਪੂਜਾ ਗਿਆਨ ਤੇ ਧਿਆਨ, ਕਹਿੰਦੇ ਹੀ ਗੁਣ ਹੈ, ਇਹੀ ਪੂਜਾ ਹੈ। ਕਹਿੰਦੇ ਉਹਦਾ ਗਿਆਨ ਤੇ ਉਹਦਾ ਧਿਆਨ ਦੇ ਵਿੱਚ ਜਦੋਂ ਜੁੜਾਂਗੇ ਤਾਂ ਉਹਦਾ ਗਿਆਨ ਆਪੇ ਪ੍ਰਗਟ ਹੋ ਜਾਣਾ, ਪੈਦਾ ਹੋ ਜਾਣਾ। ਕਹਿੰਦੇ ਇਹੀ ਉਹਦੀ ਪੂਜਾ ਹੈ। ਨਾਨਕ ਸਗਲ ਘਾਲ, ਕਹਿੰਦੇ ਇਹੀ ਘਾਲ ਹੈ ਨਾਨਕ, ਇਹੀ ਸਗਲ ਘਾਲ ਹੈ ਜਿਹਦੇ ਨਾਲ ਜੋਗ ਵੀ ਪ੍ਰਾਪਤ ਹੋ ਜਾਏਗਾ। ਕਹਿੰਦੇ ਉਹਦੇ ਮਹਾਰਾਜ ਜੀ ਕਹਿੰਦੇ ਧਿਆਨ ਵੀ ਜੁੜ ਜਾਵੇਗਾ, ਪੂਜਾ ਵੀ ਹੋ ਜਾਵੇਗੀ। ਸਾਰੀਆਂ ਜਿੰਨੇ ਪਿੱਛੇ ਮਹਾਰਾਜ ਨੇ ਗਿਣਤੀ ਕੀਤੀ ਹੈ ਯਤਨਾਂ ਦੀ, ਮਹਾਰਾਜ ਜੀ ਕਹਿੰਦੇ ਸਾਰਾ ਕੁਝ ਹੀ ਪੂਜਾ ਦੇ ਵਿੱਚ, ਸੱਚੀ ਪੂਜਾ ਵਿੱਚ ਮਿਲ ਜਾਵੇਗਾ। ਕਹਿੰਦੇ ਜਦੋਂ ਧਿਆਨ ਲਾਵਾਂਗੇ, ਧਿਆਨ ਦੇ ਵਿੱਚ ਗਿਆਨ ਪੈਦਾ ਹੋਣਾ ਹੈ ਤੇ ਨਾਨਕ ਸਗਲ ਘਾਲ, ਮਹਾਰਾਜ ਜੀ ਕਹਿੰਦੇ ਇਹੀ ਮਾਰਗ ਹੈ, ਇਹੀ ਘਾਲ ਹੈ, ਇਹੀ ਕਮਾਈ ਹੈ। ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ, ਤੇ ਮਹਾਰਾਜ ਜੀ ਕਹਿੰਦੇ ਇਹ ਯਤਨ ਹੈ ਭਾਈ, ਇਹ ਮਾਰਗ ਹੈ ਜਿਹਦੇ ਨਾਲ ਉਹ ਜਦੋਂ ਕਿਰਪਾ ਕਰਦਾ ਸਤਿਗੁਰੂ ਮਿਲੇ ਦਿਆਲ। ਮਹਾਰਾਜ ਜੀ ਕਹਿੰਦੇ ਫਿਰ ਉਹ ਦਿਆਲੂ ਮਾਲਕ ਮਿਲ ਜਾਂਦਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਕਿਰਪਾ ਕਰਦਾ ਹੈ। ਤਿਸ ਕੀ ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ, ਤੇ ਮਹਾਰਾਜ ਜੀ ਕਹਿੰਦੇ ਇਹੀ ਗੁਣ ਹੈ ਜਿਹਦੇ ਨਾਲ ਉਹਨੂੰ ਜਾਣਿਆ ਜਾਂਦਾ ਭਾਈ। ਮਹਾਰਾਜ ਜੀ ਕਹਿੰਦੇ ਇਹ ਗੁਣ ਹੈ ਜਿਹਦੇ ਨਾਲ ਉਹਦੀ ਜਾਣ ਪਛਾਣ ਹੁੰਦੀ ਹੈ। ਜਿਸ ਕੀ ਮਾਨ ਲਹੇ ਸੁਖ ਦਾਤਾ, ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਉਹਨੂੰ ਮੰਨੀਦਾ, ਮਨ ਦੇ ਵਿੱਚ ਵਸਾਈਦਾ ਸੁੱਖਾਂ ਦੇ ਦਾਤੇ ਨੂੰ। ਰਹਾ ਦੂਜਾ, ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ। ਕਈ ਸ਼ਬਦਾਂ ਵਿੱਚ ਵੀ ਰਹਾਉ ਦੀ ਪੰਕਤੀ ਹੁੰਦੀ ਹੈ ਕੇਂਦਰੀ ਭਾਵ ਦੀ, ਤੇ ਐਂਡ ਤੇ ਵੀ ਜਵਾਬ, ਸੰਸਰ ਤੇ ਜਵਾਬ ਹੁੰਦੇ ਹਨ। ਪ੍ਰਸ਼ਨ ਉੱਤਰ ਹੁੰਦਾ ਨਾ, ਜਿਵੇਂ ਇਸ ਤਰ੍ਹਾਂ ਤੁਖਾਂ ਦੇ ਜਵਾਬ ਹੁੰਦੇ, ਇਸ ਕਰਕੇ ਦੋ ਤੁਖਾਂ ਤੇ ਬੰਦ ਹੁੰਦਾ ਸ਼ਬਦ ਦਾ। ਹੀਰਲੀ ਤੁਖ ਤੇ ਵੀ ਰਹਾਉ ਹੁੰਦੀ ਹੈ, ਅੰਤ ਵਿੱਚ ਵੀ ਰਹਾਉ ਹੁੰਦੀ ਹੈ। ਇਸੇ ਤਰ੍ਹਾਂ ਸ਼ਬਦ ਵਿੱਚ ਹੈ। ਪਹਿਲੋਂ ਮਹਾਰਾਜ ਜੀ ਨੇ ਸਵਾਲ ਕੀਤੇ ਹਨ, ਉਹ ਆਪਾਂ ਨੂੰ ਸਮਝਾਉਣ ਵਾਸਤੇ, ਫਿਰ ਉਹਦਾ ਜਵਾਬ ਦਿੱਤਾ ਕਿ ਸਾਰੀਆਂ ਜਿੰਨਾ ਕੁਝ ਮਹਾਰਾਜ ਨੇ ਦਰਸਾਇਆ ਪਹਿਲੀਆਂ ਪੰਕਤੀਆਂ ਵਿੱਚ, ਉਹਦਾ ਜਵਾਬ ਦਿੰਦੇ ਨੇ। ਮਹਾਰਾਜ ਜੀ ਕਹਿੰਦੇ ਇਹ ਪੂਜਾ ਹੈ ਗਿਆਨ ਧਿਆਨ ਜੋੜਨਾ, ਉਹ ਮਾਲਕ ਦੇ ਵਿੱਚ ਧਿਆਨ ਲਾ ਕੇ ਉਹਦੀ ਭਗਤੀ ਕਰਨੀ, ਇਹ ਸੱਚੀ ਉਹਦੀ ਪੂਜਾ ਹੈ। ਇਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਦਾ ਜਿੰਨੇ ਯਤਨ ਕੀਤੇ ਹਨ ਪਹਿਲੋਂ ਮਹਾਰਾਜ ਜੀ ਕਹਿੰਦੇ ਫਲ ਮਿਲ ਜਾਂਦਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚੇ ਪ੍ਰਭੂ ਦੀ ਹਰੀ ਦੇ ਨਾਲ ਮੇਲ ਹੋ ਜਾਂਦਾ ਹੈ। ਇਹ ਭਾਈ ਸ਼ਬਦਾਂ ਦੀ ਵਿਚਾਰ ਹੈ। ਅੱਜ ਮਹਾਰਾਜ ਜੀ ਦੋ ਸ਼ਬਦਾਂ ਦੇ ਵਿੱਚ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹੋਏ ਸਤਿਗੁਰੂ ਜੀ ਇੱਕ ਜਾਚ ਸਿੱਖਿਆ ਦਿੰਦੇ ਹਨ, ਗਿਆਨ ਬਖਸ਼ਦੇ ਹਨ ਕਿ ਕਿਸ ਤਰ੍ਹਾਂ ਉਹਦੀ ਪੂਜਾ ਹੈ, ਕਿਸ ਤਰ੍ਹਾਂ ਉਹਦਾ ਯੋਗ ਹੈ। ਕੋਈ ਬਾਹਰਲੇ ਯੋਗ ਧਾਰਨ ਕਰਨ ਦੀ ਲੋੜ ਨਹੀਂ। ਤਪੱਸਿਆ ਤਪਵਾਨ ਬਣਨਾ ਹੈ ਤਾਂ ਉਹਦੀ ਨਾਮ ਦਾ ਤਪ ਕਰੀਏ, ਉਹਦੀ ਬਾਣੀ ਦਾ ਧਿਆਨ ਜੋੜੀਏ। ਉਹ ਧਿਆਨ ਜੋੜਨ ਦੇ ਨਾਲ ਹੀ ਉਹ ਤਪਸੀ ਬਣਦਾ ਮਨੁੱਖ, ਧਿਆਨ ਜੋੜਨ ਦੇ ਨਾਲ ਹੀ ਗਿਆਨੀ ਬਣਦਾ, ਧਿਆਨ ਜੋੜਨ ਦੇ ਨਾਲ ਹੀ ਤੇ ਮਹਾਰਾਜ ਜੀ ਕਹਿੰਦੇ ਭਗਤ ਬਣਦਾ। ਇੱਕੋ ਹੀ ਰਸਤਾ, ਇੱਕੋ ਹੀ ਮਾਰਗ ਹੈ ਉਹਨੂੰ ਪਾਣ ਦਾ। ਇਹ ਭਾਈ ਸ਼ਬਦਾਂ ਦੀ ਵਿਚਾਰ ਹੈ। ਸਦਾ ਹੀ ਮਹਾਰਾਜ ਦੇ ਦਰਸ਼ਨ ਕਰੀਏ, ਬਾਣੀ ਸੁਣੀਏ, ਵਿਚਾਰੀਏ ਅਤੇ ਸੁਣਾਈਏ, ਜਿਹਦੇ ਨਾਲ ਸਾਧ ਸੰਗਤ ਜੀ ਇਹ ਜੀਵਨ ਸਫਲ ਬਣ ਜਾਂਦਾ ਹੈ। ਇੰਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਜੀ। ਬਾਣੀ ਵਿਚਾਰਦੇ ਸੇਵਾ ਨਿਭਾਉਂਦੇ ਨੇਕਾਂ ਭਾਈ ਭੁੱਲਾਂ ਹੋ ਜਾਂਦੀਆਂ ਨੇ, ਮਹਾਰਾਜ ਜੀ ਸਮੱਤ ਬਖਸ਼ਣ। ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।